ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 37 ਸ੍ਰੀ ਰਾਗ ਮਹਿਲਾ ਤੀਜਾ। ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੇ ਆਪ ਉਪਾਏ। ਕਰਤਾਰ ਆਪ ਹੀ ਜਗਤ ਦਾ ਮੂਲ ਰਚਦਾ ਹੈ ਤੇ ਫਿਰ ਜਗਤ ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕਰਦਾ ਹੈ। ਸਭ ਇੱਕੋ ਇੱਕ ਵਰਤਦਾ, ਲੱਖ ਨਾ ਲਖਿਆ ਜਾਏ। ਇਸ ਜਗਤ ਵਿੱਚ ਹਰ ਥਾਂ ਕਰਤਾਰ ਆਪ ਹੀ ਆਪ ਵਿਆਪਕ ਹੈ। ਫਿਰ ਵੀ ਉਹ ਜੀਵਾਂ ਦੀ ਸਮਝ ਵਿੱਚ ਨਹੀਂ ਆ ਸਕਦਾ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਆਪੇ ਪ੍ਰਭੂ ਦਿਆਲ ਹੈ, ਆਪੇ ਦੇ ਬੁਝਾਏ। ਉਹ ਪ੍ਰਭੂ ਆਪ ਹੀ ਜਦੋਂ ਦਿਆਲ ਹੁੰਦਾ ਹੈ ਤਦੋਂ ਆਪ ਹੀ ਸਹੀ ਜੀਵਨ ਦੀ ਸਮਝ ਬਖਸ਼ਦਾ ਹੈ। ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵ ਲਾਏ। ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਗੁਰੂ ਦੀ ਮੱਤ ਦੀ ਬਰਕਤ ਨਾਲ ਪਰਮਾਤਮਾ ਵਸ ਪੈਂਦਾ ਹੈ, ਉਹ ਮਨੁੱਖ ਉਸ ਸਦਾ ਸਿਰ ਪ੍ਰਭੂ ਵਿੱਚ ਸਦਾ ਸੁਰਤ ਜੋੜੀ ਰੱਖਦੇ ਹਨ। ਮਨ ਮੇਰੇ ਗੁਰ ਕੀ ਮਨ ਲੈ ਰਜਾਏ। ਹੇ ਮੇਰੇ ਮਨ, ਗੁਰੂ ਦੇ ਹੁਕਮ ਵਿੱਚ ਤੁਰ। ਮਨ ਤਨ ਸੀਤਲ ਸਭ ਥੀਐ, ਨਾਮ ਵਸੈ ਮਨ ਆਏ। ਰਹਾਉ। ਜਿਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਉਸ ਦਾ ਮਨ, ਉਸ ਦਾ ਸਰੀਰ ਸ਼ਾਂਤ ਹੋ ਜਾਂਦਾ ਹੈ। ਉਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ। ਰਹਾਉ। ਜਿਨ ਕਰ ਕਾਰਨ ਧਾਰਿਆ, ਸੋਈ ਸਾਰ ਕਰੇ। ਜਿਸ ਕਰਤਾ ਨੇ ਜਗਤ ਦਾ ਮੂਲ ਰਚ ਕੇ ਜਗਤ ਪੈਦਾ ਕੀਤਾ, ਉਹੀ ਇਸ ਦੀ ਸੰਭਾਲ ਕਰਦਾ ਹੈ। ਗੁਰ ਕੈ ਸ਼ਬਦ ਪਛਾਣੀਐ, ਜਾਂ ਆਪੇ ਨਦਰ ਕਰੇ। ਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਤਦੋਂ ਪੈਂਦੀ ਹੈ ਜਦੋਂ ਉਹ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ। ਗੁਰ ਕੈ ਸ਼ਬਦ ਪਛਾਣੀਐ, ਜਾਂ ਆਪੇ ਨਦਰ ਕਰੇ। ਪਰ ਉਸ ਦੀ ਕਦਰ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਤਦੋਂ ਪੈਂਦੀ ਹੈ ਜਦੋਂ ਉਹ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ। ਸੇ ਜਨ ਸਬਦੇ ਸੋਹਣੇ, ਤਿਤ ਸੱਚੈ ਦਰਬਾਰ। ਜਿਨ੍ਹਾਂ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਉਹ ਮਨੁ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ ਸਿਰ ਪ੍ਰਭੂ ਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ। ਗੁਰਮੁਖ ਸੱਚੇ ਸ਼ਬਦ ਰਹੇ, ਆਪ ਮੇਲੇ ਕਰਤਾਰ। ਜਿਨ੍ਹਾਂ ਨੂੰ ਕਰਤਾਰ ਨੇ ਆਪ ਹੀ ਗੁਰੂ ਚਰਨਾਂ ਵਿੱਚ ਜੋੜਿਆ ਹੈ, ਉਹ ਗੁਰੂ ਦੇ ਸਨਮੁਖ ਰਹਿ ਕੇ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ। ਗੁਰਮਤਿ ਸੱਚ ਸਲਾਹਨਾ, ਜਿਸ ਕਾ ਅੰਤ ਨ ਪਾਰਾਵਾਰ। ਗੁਰੂ ਦੀ ਮੱਤ ਲੈ ਕੇ ਉਹ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਕਟ ਕਟ ਆਪੇ ਹੁਕਮ ਵਸੈ, ਹੁਕਮੈ ਕਰੈ ਵਿਚਾਰ। ਉਹ ਸਦਾ ਸਿਰ ਪ੍ਰਭੂ ਆਪ ਹੀ ਆਪਣੇ ਹੁਕਮ ਅਨੁਸਾਰ ਹਰੇਕ ਸਰੀਰ ਵਿੱਚ ਵਸਦਾ ਹੈ ਤੇ ਆਪਣੇ ਹੁਕਮ ਵਿੱਚ ਹੀ ਜੀਵਾਂ ਦੀ ਸੰਭਾਲ ਵੀ ਦੀ ਵਿਚਾਰ ਕਰਦਾ ਹੈ। ਗੁਰ ਸਬਦੀ ਸਲਾਹੀਐ, ਹਉਮੈ ਵਿੱਚੋਂ ਖੋਏ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਾ ਤਨ ਨਾ ਵਿਵਹਾਰੀ,
ਅਵਗਣਵੰਤੀ ਰੋਏ। ਸਾਤਨ ਨਾਮੇ ਵਾਹਰੀ ਅਵਗਣਵੰਤੀ ਰੋਏ। ਜਿਹੜੀ ਜੀਵ ਇਸਤਰੀ ਪ੍ਰਭੂ ਦੇ ਨਾਮ ਤੋਂ ਸੱਖਣੀ ਰਹਿੰਦੀ ਹੈ ਉਹ ਔਗਣ ਨਾਲ ਭਰ ਜਾਂਦੀ ਹੈ ਤੇ ਦੁਖੀ ਹੁੰਦੀ ਹੈ। ਸੱਚ ਸਲਾਹੀ ਸੱਚ ਲਗਾ, ਸੱਚੇ ਨਾਏ ਤ੍ਰਿਪਤ ਹੋਏ। ਹੇ ਨਾਨਕ ਆਖ ਕੇ ਮੇਰੀ ਇਹੀ ਅਰਦਾਸ ਹੈ ਕਿ ਮੈਂ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹਾਂ, ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਾਂ, ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਟਿਕੀ ਰਹਿਣਾ ਹੀ ਤ੍ਰਿਸ਼ਨਾ ਮੁਕਤੀ ਹੈ। ਗੁਣ ਵਿਚਾਰੀ ਗੁਣ ਸੰਗ੍ਰਹਾਂ, ਅਵਗਣ ਕੱਢਾਂ ਧੋਏ। ਮੇਰੀ ਅਰਦਾਸ ਹੈ ਕਿ ਮੈਂ ਪ੍ਰਮਾਤਮਾ ਦੇ ਗੁਣਾਂ ਨੂੰ ਵਿਚਾਰਦਾ ਰਹਾਂ, ਉਹਨਾਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਇਕੱਠੇ ਕਰਦੇ ਰਹਾਂ। ਇਸ ਤਰ੍ਹਾਂ ਆਪਣੇ ਅੰਦਰੋਂ ਔਗਣ ਧੋ ਕੇ ਕੱਢ ਦਿਆਂ। ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ। ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਸ ਨੂੰ ਮੁੜ ਕਦੇ ਪ੍ਰਭੂ ਤੋਂ ਵਿਛੋੜਾ ਨਹੀਂ ਹੁੰਦਾ। ਨਾਨਕ ਗੁਰ ਸਲਾਹੀ ਆਪਣਾ, ਜਿੱਦੂ ਪਾਈ ਪ੍ਰਭ ਸੋਏ। ਮੇਰੀ ਅਰਦਾਸ ਹੈ ਕਿ ਮੈਂ ਆਪਣੇ ਗੁਰੂ ਦੀ ਸਿਫਤ ਕਰਦਾ ਰਹਾਂ, ਕਿਉਂਕਿ ਗੁਰੂ ਦੀ ਰਾਹੀਂ ਹੀ ਉਹ ਪ੍ਰਭੂ ਮਿਲ ਸਕਦਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਸੁਣ ਸੁਣ ਕਾਮ ਗਹੇਲੀਏ, ਕਿਆ ਚੱਲੈ ਵਾਹਾਂ ਲੁੜਾਏ। ਹੇ ਸਵਾਰਥ ਵਿੱਚ ਫਸੀ ਹੋਈ ਜੀਵ ਇਸਤਰੀਏ, ਧਿਆਨ ਨਾਲ ਸੁਣ। ਕਿਉਂ ਇਤਨੀ ਲਾਪਰਵਾਹੀ ਨਾਲ ਜੀਵਨ ਪੰਧ ਵਿੱਚ ਤੁਰ ਰਹੀ ਹੈ। ਆਪਣਾ ਪਿਰ ਨਾ ਪਛਾਣੀ, ਕਿਆ ਮੂੰਹ ਦੇਸੈ ਜਾਏ। ਸਵਾਰਥ ਵਿੱਚ ਫਸ ਕੇ ਤੂੰ ਆਪਣੇ ਪ੍ਰਭੂ ਪਤੀ ਨੂੰ ਹੁਣ ਪਛਾਣਦੀ ਨਹੀਂ, ਪਰ ਲੋਕ ਵਿੱਚ ਜਾ ਕੇ ਕੀ ਮੂੰਹ ਵਿਖਾਵੇਗੀ। ਜਿੰਨੀ ਸਖੀ ਕੰਤ ਪਛਾਣਿਆ, ਹਉ ਤਿਨ ਕੇ ਲਾਗੂ ਪਾਏ। ਜਿਨ੍ਹਾਂ ਸਤਸੰਗੀ ਜੀਵ ਇਸਤਰੀਆਂ ਨੇ ਆਪਣੇ ਖਸਮ ਪ੍ਰਭੂ ਨਾਲ ਜਾਣ ਪਛਾਣ ਪਾ ਰੱਖੀ ਹੈ ਉਹ ਭਾਗਾਂ ਵਾਲੀਆਂ ਹਨ। ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਤਿਨ ਹੀ ਜੈਸੀ ਥੀ ਰਹਾਂ, ਸਤਸੰਗਤ ਮੇਲ ਮਿਲਾਏ। ਮੇਰਾ ਚਿੱਤ ਕਰਦਾ ਹੈ ਕਿ ਮੈਂ ਉਹਨਾਂ ਦੇ ਸਤਸੰਗਤ ਦੇ ਇਕੱਠ ਵਿੱਚ ਮਿਲ ਕੇ ਇਹਨਾਂ ਜਿਹੀ ਬਣ ਜਾਵਾਂ। ਤਿਨ ਹੀ ਜੈਸੀ ਥੀ ਰਹਾਂ, ਸਤਸੰਗਤ ਮੇਲ ਮਿਲਾਏ। ਮੇਰਾ ਚਿੱਤ ਕਰਦਾ ਹੈ ਕਿ ਮੈਂ ਉਹਨਾਂ ਦੇ ਸਤਸੰਗ ਦੇ ਇਕੱਠ ਵਿੱਚ ਮਿਲ ਕੇ ਉਹਨਾਂ ਜਿਹੀ ਬਣ ਜਾਵਾਂ। ਮੁੰਦੇ ਕੂੜ ਮੁਠੀ ਕੁੜਿਆਰ, ਹੇ ਆਪਣੇ ਵਿੱਚ ਮਸਤ ਤੇ ਕੂੜ ਦੀ ਵਣਜਾਰਨ ਜੀਵ ਇਸਤਰੀਏ, ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ। ਇਸ ਤਰ੍ਹਾਂ ਪ੍ਰਭੂ ਪਤੀ ਨਾਲ ਮੇਲ ਨਹੀਂ ਹੋ ਸਕਦਾ। ਪਿਰ ਪਰਬ ਸਾਚਾ ਸੋਹਣਾ, ਪਾਈਏ ਗੁਰ ਵਿਚਾਰ ਰਹਾਓ। ਸਦਾ ਸਥਿਰ ਰਹਿਣ ਵਾਲਾ ਸੋਹਣਾ ਪ੍ਰਭੂ ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆ ਹੀ ਮਿਲਦਾ ਹੈ। ਰਹਾਓ। ਮਨ ਮੁਖ ਕੰਤ ਨਾ ਪਛਾਣਹੀ, ਤਿਨ ਕਿਉਂ ਰਹਿਣ ਵਿਹਾਏ। ਜਿਹੜੀਆਂ ਜੀਵ ਇਸਤਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ ਪ੍ਰਭੂ ਉਹਨਾਂ ਨੂੰ ਪਛਾਣਦਾ ਵੀ ਨਹੀਂ। ਉਹਨਾਂ ਦੀ ਜ਼ਿੰਦਗੀ ਰੂਪ ਰਾਤ ਕਿਵੇਂ ਬੀਤਦੀ ਹੋਵੇਗੀ, ਭਾਵ ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ। ਗਰਭ ਅਟੜੀਆਂ ਤ੍ਰਿਸ਼ਨਾ ਜਲਹੈਂ, ਦੁੱਖ ਪਾਵੈ ਦੂਜੇ ਭਾਏ। ਉਹ ਅਹੰਕਾਰ ਵਿੱਚ ਨਕਾ ਨਕ ਭਰੀਆਂ ਹੋਈਆਂ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੀਆਂ ਹਨ। ਉਹ ਮਾਇਆ ਦੇ ਮੋਹ ਵਿੱਚ ਫਸ ਕੇ ਦੁੱਖ ਸਹਾਰਦੀਆਂ ਹਨ। ਸ਼ਬਦ ਰਤੀਆਂ ਸੁਹਾਗਣੀ, ਤਿਨ ਵਿੱਚੋਂ ਹਉਮੈ ਜਾਏ। ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਸ਼ਬਦ 'ਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ। ਸ਼ਬਦ ਦੀ ਬਰਕਤ ਨਾਲ ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ। ਸਦਾ ਪਿਰ ਰਾਵੇ ਆਪਣਾ, ਤਿੰਨਾ ਸੁਖੈ ਸੁਖ ਵਿਹਾਏ।
ਉਹ ਸਦਾ ਆਪਣੇ ਪ੍ਰਭੂਪਤੀ ਨਾਲ ਮਿਲੀਆਂ ਰਹਿੰਦੀਆਂ ਹਨ। ਉਹਨਾਂ ਦੀ ਉਮਰ ਨਿਰੋਲ ਸੁੱਖ ਵਿੱਚ ਬੀਤਦੀ ਹੈ। ਗਿਆਨ ਬਹੁਣੀ ਪਿਰ ਮੁਤੀਆਂ ਪਿਰ ਨਾ ਪਾਇਆ ਜਾਏ। ਜਿਹੜੀ ਜੀਵ ਇਸਤਰੀ ਪ੍ਰਭੂਪਤੀ ਨਾਲ ਡੂੰਘੀ ਸਾਂਝ ਪਾਉਣ ਤੋਂ ਬਿਨਾਂ ਹੀ ਰਹੀ, ਉਹ ਖਸਮ ਪ੍ਰਭੂ ਵੱਲੋਂ ਛੁੱਟ ਹੀ ਰਹਿੰਦੀ ਹੈ, ਉਹ ਪ੍ਰਭੂਪਤੀ ਦਾ ਪਿਆਰ ਹਾਸਲ ਨਹੀਂ ਕਰ ਸਕਦੀ। ਗਿਆਨਮਤੀ ਅਧੇਰ ਹੈ, ਬਿਨ ਪਿਰ ਦੇਖੇ ਭੁੱਖ ਨਾ ਜਾਏ। ਗਿਆਨ ਵਿੱਚ ਮੱਤੀ ਹੋਈ ਜੀਵ ਇਸਤਰੀ ਨੂੰ ਮਾਇਆ ਦੇ ਮੋਹ ਦਾ ਹਨੇਰਾ ਵਿਆਪਿਆ ਰਹਿੰਦਾ ਹੈ। ਪਤੀ ਪ੍ਰਭੂ ਦੇ ਦਰਸ਼ਨ ਤੋਂ ਬਿਨਾਂ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ। ਆਵੋ ਮਿਲੋ ਸਹੇਲੀਓ, ਮੈਂ ਫਿਰ ਦੇਹੋ ਮਿਲਾਏ। ਇਹ ਸਤਸੰਗੀ ਜੀਵ ਇਸਤਰੀਓ, ਆਓ ਮੈਨੂੰ ਮਿਲੋ ਤੇ ਮੈਨੂੰ ਪ੍ਰਭੂਪਤੀ ਮਿਲਾ ਦਿਓ। ਪੂਰੇ ਭਾਗ ਸਤਿਗੁਰ ਮਿਲੈ, ਫਿਰ ਪਾਇਆ ਸੱਚ ਸਮਾਏ। ਜਿਸ ਜੀਵ ਇਸਤਰੀ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂਪਤੀ ਨੂੰ ਮਿਲ ਪੈਂਦੀ ਹੈ। ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਰਹਿੰਦੀ ਹੈ। ਸੇ ਸਹੀਆਂ ਸੁਹਾਗਣੀ ਜਿਨ ਕੋ ਨਜ਼ਰ ਕਰੇ। ਉਹ ਸਤਸੰਗੀ ਜੀਵ ਇਸਤਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ। ਖਸਮ ਪਛਾਣੇ ਆਪਣਾ ਤਨ ਮਨ ਆਗੇ ਦੇ। ਉਹ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਕੇ ਆਪਣੇ ਖਸਮ ਪ੍ਰਭੂ ਨਾਲ ਸਾਂਝ ਪਾਉਂਦੀਆਂ ਹਨ। ਘਰ ਬਰ ਪਾਇਆ ਆਪਣਾ ਹਉਮੈ ਦੂਰ ਕਰੇ। ਜਿਹੜੀ ਜੀਵ ਇਸਤਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ, ਉਹ ਆਪਣੇ ਹਿਰਦੇ ਘਰ ਵਿੱਚ ਹੀ ਖਸਮ ਪ੍ਰਭੂ ਨੂੰ ਲੱਭ ਲੈਂਦੀ ਹੈ। ਨਾਨਕ ਸੋਭਾਵੰਤੀਆਂ ਸੁਹਾਗਣੀ ਅਨ ਦਿਨ ਭਗਤ ਕਰੇ। ਹੇ ਨਾਨਕ, ਉਹ ਸੋਭਾ ਵਾਲੀ ਬਣਦੀ ਹੈ, ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂਪਤੀ ਦੀ ਭਗਤੀ ਕਰਦੀ ਹੈ। ਨਾਨਕ ਸੋਭਾਵੰਤੀ ਸੁਹਾਗਣੀ ਅਨ ਦਿਨ ਭਗਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।